ਪ੍ਰੋਫੈਸਰ ਸਾਹਿਬ, ਜਿਹੜਾ ਅੱਜ ਦਾ ਬੜਾ ਵੱਡਾ ਫੈਸਲਾ ਮੋਦੀ ਸਰਕਾਰ ਨੇ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਦਿਹਾੜੇ ਦੇ ਉੱਤੇ ਲਿਆ ਕਿ 3 ਕਾਲੇ ਖੇਤੀ ਕਾਨੂੰਨ ਜਿਹੜੇ ਆ ਉਹਨਾਂ ਨੇ ਰੱਦ ਕਰ ਦਿੱਤੇ ਆ, ਉਹਦੇ ਸੰਬੰਧੀ ਆਪ ਜੀ ਕੀ ਕਹਿਣਾ ਚਾਹੋਗੇ? ਤਾਲਪੁਰਾ ਸਾਹਿਬ, ਮੋਦੀ ਸਰਕਾਰ ਨੇ ਜਿਵੇਂ ਇਹ ਕਾਲੇ ਕਾਨੂੰਨ ਵਾਪਸ ਲਏ ਨੇ ਜਾਂ ਵਾਪਸ ਲੈਣ ਦਾ ਉਹਨਾਂ ਨੇ ਫੈਸਲਾ ਕੀਤਾ, ਐਲਾਨ ਕੀਤਾ ਗਿਆ ਅੱਜ, ਮੈਂ ਸਮਝਦਾ ਕਿ ਮੋਦੀ ਸਾਹਿਬ ਨੇ ਆਪਾਂ ਇਹ ਕਹਾਂਗੇ ਦੇਰ ਆਇਆ ਦੁਰਸਤ ਆਇਆ। ਠੀਕ ਹੈ, ਕਾਫੀ ਲੰਮੇ ਸਮੇਂ ਤੋਂ 1.5 ਸਾਲ ਤੋਂ ਪਿਛਲੇ 1.5 ਸਾਲ ਤੋਂ ਆਪਾਂ ਇਹੀ ਮੰਗ ਕਰਦੇ ਆ ਰਹੇ ਹਾਂ ਕਿਸਾਨਾਂ ਦੀ ਤਰਫੋਂ ਕਿ ਇਹ ਕਾਲੇ ਕਾਨੂੰਨ ਜਿਹੜੇ ਆ ਉਹ ਕਿਸਾਨਾਂ ਦੇ ਹੱਕ 'ਚ ਨਹੀਂ ਹੈ। ਇਸ ਕਰਕੇ ਇਹ ਕਾਲੇ ਕਾਨੂੰਨ ਜਿਹੜੇ ਉਹ ਰੱਦ ਕੀਤੇ ਜਾਣ, ਵਾਪਸ ਲਏ ਜਾਣ ਔਰ ਇਹਨਾਂ ਦੇ ਥਾਂ 'ਤੇ ਉਹ ਕਾਨੂੰਨ ਲਿਆਇਆ ਜਾਵੇ ਜੋ ਕਿਸਾਨਾਂ ਦੇ ਹੱਕ 'ਚ ਹੋਵੇ, ਤਾਂ ਕਿ ਸਾਡੇ ਕਿਸਾਨਾਂ ਦੀ ਜਿਹੜੀ ਹੈ ਉਹ ਆਰਥਿਕਤਾ ਅਤੇ ਸੋਸ਼ਲ ਜਿਹੜੀ ਹੈ ਉਹ ਮਜ਼ਬੂਤ ਹੋਵੇ। ਇਸ ਕਰਕੇ ਮੈਂ ਸਮਝਦਾ ਕਿ ਇਹ ਬਹੁਤ ਵਧੀਆ ਫੈਸਲਾ ਲਿਆ, ਜਿਹਦੇ ਵਾਸਤੇ ਮੈਂ ਮੋਦੀ ਸਰਕਾਰ ਦਾ ਜਿੱਥੇ ਧੰਨਵਾਦ ਕਰਨਾ ਚਾਹਾਂਗਾ, ਉੱਥੇ ਜਿਹੜੇ ਸਾਡੇ ਇਸ ਸੰਘਰਸ਼ ਦੌਰਾਨ ਜਿਹੜੇ ਸ਼ਹੀਦੀਆਂ ਪਾ ਗਏ ਨੇ, ਕੁਰਬਾਨ ਆਪਣੇ ਆਪ ਨੂੰ ਕੁਰਬਾਨ ਕਰਕੇ ਜਿਹੜੇ ਯੋਧੇ, ਜਿਨ੍ਹਾਂ ਦੇ ਵਿੱਚ 700 ਤੋਂ ਵੱਧ ਜਿਹੜੇ ਸਾਡੇ ਕਿਸਾਨ ਜਿਹੜੇ ਹੈਗੇ ਉਹ ਕੁਰਬਾਨੀਆਂ ਕਰ ਗਏ, ਮੈਂ ਉਹਨਾਂ ਨੂੰ ਦਿਲੋਂ ਸਤਿਕਾਰ ਔਰ ਸ਼ਰਧਾ ਭੇਟ ਕਰਦਾ। ਪ੍ਰੋਫੈਸਰ ਸਾਹਿਬ, ਅੱਜ ਤੁਸੀਂ ਕਿਸਾਨਾਂ ਨੂੰ ਜਿਹੜੇ ਸ਼ਹੀਦ ਹੋ ਗਏ ਨੇ ਉੱਥੇ, ਉਹਨਾਂ ਨੂੰ ਪ੍ਰਣਾਮ ਵੀ ਕੀਤਾ, ਸ਼ਰਧਾਂਜਲੀ ਭੇਟ ਕੀਤੀ ਹੈ, ਅਤੇ ਨਾਲ ਹੀ ਤੁਸੀਂ ਮੋਦੀ ਸਾਹਿਬ ਜੀ ਨੂੰ ਵੀ ਜਿਹੜਾ ਆ ਇਹ ਗੱਲ ਕੀਤੀ ਕਿ ਉਹਨਾਂ ਨੇ ਜਿਹੜਾ ਕੰਮ ਕੀਤਾ ਉਹਨਾਂ ਦਾ ਬੜਾ ਸ਼ਲਾਘਾਯੋਗ ਕਦਮ ਹੈ। ਪਰ ਨਾਲ ਦੀ ਨਾਲ ਇਹ ਵੀ ਗੱਲ ਇੱਕ ਹੈਗੀ ਆ ਕਿ ਅੱਜ 800 ਤੋਂ ਪਲੱਸ ਸਾਡੇ ਜਿਹੜੇ ਕਿਸਾਨ ਆ ਉਹਨਾਂ ਦਾ ਉੱਥੇ ਸ਼ਹੀਦ ਹੋ ਜਾਣਾ ਅਤੇ ਇੰਨੀ ਦੇਰ ਬਾਅਦ ਆ ਕੇ ਫੈਸਲਾ ਲੈਣਾ, ਉਹ ਤੋਂ ਤੁਸੀਂ ਕੀ ਸਮਝਦੇ ਹੋ? ਦੇਖੋ ਜੀ, ਕਿਸੇ ਵੀ ਸੰਘਰਸ਼ ਦਾ ਜਿਹੜਾ ਮੁੱਢ ਇਹ ਕੁਰਬਾਨੀਆਂ ਨਾਲ ਹੀ ਵੱਜਦਾ ਹੈ। ਉਹ ਸਾਡੇ ਕਿਸਾਨਾਂ ਨੇ ਵੀ ਇਹ ਅਜਿਹਾ ਸੰਘਰਸ਼ ਕਰਕੇ ਔਰ ਸਾਡੇ ਜਿਹੜੇ ਪੁਰਾਤਨ ਇਤਿਹਾਸ ਹੈ ਨਾ ਸਾਡੇ ਸਿੱਖਾਂ ਦੇ ਜਾਂ ਕਿਸਾਨਾਂ ਦੇ, ਉਹਨੂੰ ਦੁਹਰਾਇਆ ਹੈ। ਇਸ ਕਰਕੇ ਮੈਂ ਸਮਝਦਾ ਕਿ ਇਹੋ ਜਿਹੇ ਇਤਿਹਾਸਕ ਪ੍ਰਸਥਿਤੀਆਂ ਦੇ ਵਿੱਚ ਕੁਰਬਾਨੀਆਂ ਜਿਹੜੀਆਂ ਨੇ ਨਾ ਉਹ ਸਾਡੇ ਲੇਖੇ ਪਹਿਲਾਂ ਵੀ ਆਈਆਂ ਨੇ ਅਤੇ ਗਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਕੁਰਬਾਨੀਆਂ ਜਿਹੜਾ ਸਾਡੇ ਹੱਕ 'ਚ ਜਿਹੜੀ ਇਹ ਹਮੇਸ਼ਾ ਹੀ ਸਾਡੇ ਨੌਜਵਾਨਾਂ ਨੂੰ ਸੇਧ ਦਿੰਦੀ ਰਹੇਗੀ। ਇਹਨਾਂ ਦੀਆਂ ਕੁਰਬਾਨੀਆਂ ਜਾਇਆ ਨਹੀਂ ਜਾਣਗੀਆਂ। ਜਿਸ ਤਰ੍ਹਾਂ ਅੱਜ ਪੂਰੇ ਸਮੇਂ ਦੇ ਉੱਤੋਂ ਸਾਲ 1.5 ਸਾਲ ਦੇ ਉੱਤੋਂ ਲਗਾਤਾਰ ਹੀ ਜਿਹੜੀ ਮੋਦੀ ਜੀ ਦੀ ਕੈਬਨਿਟ ਸੀਗੀ ਉਹ ਇਹ ਗੱਲ ਕਹਿੰਦੀ ਰਹੀ ਆ ਕਿ ਇਹ ਫੈਸਲੇ ਜਿਹੜੇ ਵਾਪਸ ਨਹੀਂ ਹੋ ਸਕਦੇ, ਪਰ ਫਿਰ ਯਕਦਮ ਅੱਜ ਇਹ ਫੈਸਲਾ ਲੈ ਲੈਣਾ, ਇਹਦੇ ਪਿੱਛੇ ਤੁਸੀਂ ਕਿਹਦਾ ਹੱਥ ਸਮਝਦੇ ਹੋ? ਇਹਦੇ ਵਿੱਚ ਸਮੂਹ ਪੰਜਾਬ ਦੇ ਲੋਕਾਂ ਦਾ, ਸਿੱਖ ਭਾਈਚਾਰੇ ਦਾ ਔਰ ਵਿਸ਼ਵ ਜਿਹੜੇ ਪੱਧਰ ਦੇ ਸਾਡੇ ਕਿਸਾਨ ਜਿਹੜੇ ਭਰਾ ਨੇ, ਜਿਹੜਾ ਭਾਈਚਾਰਾ, ਇਹਨਾਂ ਦਾ ਬਹੁਤ ਵੱਡਾ ਰੋਲ ਜਿਹੜਾ ਨਾ ਕੰਮ ਕਰ ਰਿਹਾ ਹੈ। ਭਾਵੇਂ ਕਿਸਾਨ ਦਿੱਲੀ ਵਾਲੇ ਸੰਘਰਸ਼ ਦੇ ਵਿੱਚ ਸਰੀਰਕ ਤੌਰ 'ਤੇ ਵੀ ਭਾਵੇਂ ਨਹੀਂ ਆ ਸਕੇ, ਪਰ ਜਿੱਥੇ ਵੀ ਜਿਸ ਕੋਨੇ ਦੇ ਵਿੱਚ ਵੀ ਸਾਡਾ ਕਿਸਾਨ ਭਾਈਚਾਰਾ ਬੈਠਾ ਹੈ, ਉਹ ਭਾਵੇਂ ਭਾਰਤ ਦਾ ਕਿਸਾਨ ਹੈ ਜਾਂ ਵਿਸ਼ਵ ਆਪਣੇ ਵਿਦੇਸ਼ਾਂ ਦੇ ਵਿੱਚ ਬੈਠੇ ਕਿਸਾਨ ਨੇ, ਭਾਵੇਂ ਉਹ ਪੰਜਾਬੀ ਨਾ ਵੀ ਹੋਣ, ਪਰ ਹਰੇਕ ਕਿਸਾਨਾਂ ਦੇ ਮਨ 'ਚ ਕਿਸਾਨੀ ਪ੍ਰਤੀ ਜਿਹੜਾ ਦਰਦ ਆ ਨਾ, ਉਹਨਾਂ ਨੇ ਕਿਸੇ ਨਾ ਕਿਸੇ ਤਰ੍ਹਾਂ ਦਿੱਲੀ ਦੇ ਕਿਸਾਨ ਸੰਘਰਸ਼ ਦੇ ਨਾਲ ਜੋੜਿਆ ਹੋਇਆ ਔਰ ਵਿਸ਼ਵ ਭਰ ਦੇ ਕਿਸਾਨਾਂ ਦੇ ਦਬਾਅ ਕਾਰਨ, ਖਾਸ ਕਰਕੇ ਪੰਜਾਬੀ ਕਿਸਾਨ ਸਿੱਖ ਭਾਈਚਾਰੇ ਦੇ ਦਬਾਅ ਅੱਗੇ ਮੋਦੀ ਸਰਕਾਰ ਨੂੰ ਝੁਕਣਾ ਪਿਆ ਔਰ ਆਪਣੀ ਇਹ ਜਿਹੜੀ ਕਾਲੇ ਕਾਨੂੰਨ ਜਿਹੜੇ ਉਹ ਵਾਪਸ ਲੈਣੇ ਪੈ ਗਏ। ਤੁਸੀਂ ਇੱਥੇ ਇਹ ਵੀ ਸਮਝਦੇ ਹੋ ਕਿ ਅੱਜ ਕਾਲੇ ਕਾਨੂੰਨ ਜਿਹੜੇ ਆ ਵਾਪਸ ਹੋਏ ਆ, ਪਰ ਕੀ ਤੁਸੀਂ ਮਹਿਸੂਸ ਕਰਦੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਫਿਰ ਦੁਬਾਰਾ ਤੋਂ ਇਹਦੇ ਵਿੱਚ ਨਵੀਂ ਕੋਈ ਗੱਲ ਹੋਰ ਲਿਆ ਕੇ ਲਿਆਂਦੇ ਜਾ ਸਕਦੇ, ਕਿਉਂਕਿ WTO ਦਾ ਇਹ ਸਾਰਾ ਮਸਲਾ ਸੀਗਾ? ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੋਦੀ ਸਾਹਿਬ ਜਦੋਂ ਵੀ ਇਹ ਨਵੇਂ ਕਾਨੂੰਨ ਤਿਆਰ ਕਰਨਗੇ, ਉਸ ਵੇਲੇ WTO ਤੋਂ ਇਲਾਵਾ ਵੀ ਸਾਡੇ ਕਿਸਾਨਾਂ ਦੇ ਹਿੱਤ ਜਿਹੜੇ ਆ ਨਾ ਉਹਨੂੰ ਜ਼ਰੂਰ ਮੱਦੇਨਜ਼ਰ ਰੱਖਣਗੇ ਔਰ ਰੱਖਣੇ ਪੈਣਗੇ ਉਹਨਾਂ ਨੂੰ। ਨਹੀਂ ਤਾਂ ਜਿਵੇਂ ਹੁਣ ਕਾਨੂੰਨਾਂ ਦਾ ਹੋਇਆ ਉਵੇਂ ਹੀ ਆਉਣ ਵਾਲੇ ਸਮੇਂ ਦੇ ਜੇਕਰ ਸਾਡੇ ਪੰਜਾਬ ਔਰ ਕਿਸਾਨ ਹਿੱਤੂ ਨਾ ਹੋਇਆ ਤਾਂ ਉਹਨਾਂ ਕਾਨੂੰਨਾਂ ਦਾ ਵੀ ਇਹੀ ਹਸ਼ਰ ਹੋਵੇਗਾ। ਬਿਲਕੁਲ ਜੀ, ਇਹ ਸਨ ਜੀ ਸਾਡੇ ਨਾਲ ਸ਼੍ਰੀ ਕਰਤਾਰਪੁਰ ਲਾਂਘਾ ਸੰਘਰਸ਼ ਕਮੇਟੀ ਦੇ ਆਗੂ ਪ੍ਰੋਫੈਸਰ ਸਰਚਾਂਦ ਸਿੰਘ ਜੀ, ਜਿਨ੍ਹਾਂ ਨੇ ਇਹ ਗੱਲ ਕਹੀ ਹੈ ਕਿ ਅੱਜ ਜਿੱਥੇ ਇਹ 3 ਕਾਲੇ ਖੇਤੀ ਕਾਨੂੰਨ ਸਰਕਾਰ ਨੇ ਵਾਪਸ ਲਏ ਆ, ਅਤੇ ਜੇ ਇਨ ਕੇਸ ਸਰਕਾਰ ਕਿਤੇ ਆਉਣ ਵਾਲੇ ਸਮੇਂ 'ਚ ਫਿਰ ਵੀ, ਕਿਉਂਕਿ ਇਹ WTO ਦਾ ਮਾਮਲਾ ਆ, ਜੇ ਫਿਰ ਵੀ ਕਿਤੇ ਕੋਈ ਗੱਲਬਾਤ ਕਰਦੀ ਹੈ ਤਾਂ ਉਹਨਾਂ ਨੂੰ ਕਿਸਾਨਾਂ ਦੀਆਂ ਇਹਨਾਂ ਮੁਸੀਬਤਾਂ ਨੂੰ ਸਾਹਮਣੇ ਮੱਦੇਨਜ਼ਰ ਰੱਖ ਕੇ ਕੋਈ ਫੈਸਲਾ ਲੈਣਾ ਪਊਗਾ, ਜਿੱਥੇ ਇਹਨਾਂ ਨੇ ਉਹਨਾਂ ਦਾ ਸਵਾਗਤ ਕੀਤਾ ਹੈ। ਸੋ ਸਾਡੇ ਨਾਲ ਇਸ ਜਥੇਬੰਦੀ ਦੇ ਆਗੂ ਜਿਹੜੇ ਲੰਮੇ ਸਮੇਂ ਤੋਂ ਲਗਾਤਾਰ ਕਿਸਾਨ ਫਤਿਹਯਾਬੀ ਲਈ ਜਿਹੜੇ ਉਹਨਾਂ ਨੇ ਸਹਿਜ ਪਾਠ ਆਰੰਭ ਕੀਤੇ ਹੋਏ ਸੀਗੇ, ਭਾਈ ਇਕਬਾਲ ਸਿੰਘ ਜੀ ਤੁੰਗ, ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ, ਇਕਬਾਲ ਸਿੰਘ ਜੀ ਤੁੰਗ ਹੁਣਾਂ ਦੇ ਨਾਲ, ਕਿ ਉਹ ਇਸ ਗੱਲ ਨੂੰ ਕਿਸ ਤਰ੍ਹਾਂ ਸਮਝ ਰਹੇ ਨੇ। ਹਾਂਜੀ ਸਰਦਾਰ ਇਕਬਾਲ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭਾਈ ਸਾਹਿਬ, ਜਿਹੜੇ ਅੱਜ ਕਾਲੇ ਕਾਨੂੰਨ 3 ਖੇਤੀ ਕਾਨੂੰਨ ਵਾਪਸ ਲਏ ਆ, ਤੇ ਤੁਸੀਂ ਲੰਮੇ ਸਮੇਂ ਦੇ ਉੱਤੋਂ ਜੇ ਸਹਿਜ ਪਾਠ ਵੀ ਆਰੰਭ ਕੀਤੇ ਹੋਏ ਆ,
ਤੇ ਤੁਹਾਡਾ ਵੀ ਯੋਗਦਾਨ ਬਹੁਤ ਰਿਹਾ, ਤੁਹਾਡੀ ਟੀਮ ਦਾ ਯੋਗਦਾਨ ਬਹੁਤ ਰਿਹਾ। ਤੁਸੀਂ ਇਹਦੇ ਉੱਤੇ ਅੱਜ ਕੀ ਆਪਣਾ ਰਿਐਕਸ਼ਨ ਜਿਹੜਾ ਉਹ ਦੇਣਾ ਚਾਹੋਗੇ? ਸਭ ਤੋਂ ਪਹਿਲਾਂ ਜੀ ਮੈਂ ਅਕਾਲ ਖਾਲਸਾ ਨਿਊਜ਼ ਦੇ ਜ਼ਰੀਏ ਸਾਰੇ ਦੇਸ਼ ਵਾਸੀਆਂ ਨੂੰ, ਸਾਰੀ ਦੁਨੀਆ ਦੇ ਸਿੱਖ ਭਾਈਚਾਰੇ ਨੂੰ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਇਆ ਦੇ ਮਹਾਨ ਪੂਰਬ ਨੂੰ ਮਨਾਉਂਦਿਆਂ ਹੋਇਆਂ ਵਧਾਈ ਦਿੰਦਾ। ਉੱਥੇ ਹੀ ਮੈਂ ਪਹਿਲਾਂ ਤਾਂ ਸਵਾਗਤ ਕਰਦਾ ਕਿ ਜਿਹੜੇ 3 ਕਿਸਾਨ ਵਿਰੋਧੀ ਕਾਲੇ ਕਾਨੂੰਨ ਘੋਸ਼ਿਤ ਕੀਤੇ ਗਏ ਸੀ ਸਾਰੇ ਭਾਰਤ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਵੱਲੋਂ, ਉਹਨਾਂ ਨੂੰ ਅੱਜ ਕੇਂਦਰ ਦੀ ਸਰਕਾਰ ਨੇ ਜੋ ਫੈਸਲਾ ਆਪਸ ਦੇ ਵਿੱਚ ਕਰਕੇ ਵਾਪਸ ਲਿਆ, ਸ਼ਲਾਘਾਯੋਗ ਹੈ ਔਰ ਮੈਂ ਕੇਂਦਰ ਦੀ ਸਰਕਾਰ ਦਾ ਧੰਨਵਾਦ ਕਰਦਾ। ਔਰ ਜੋ ਤੁਹਾਡਾ ਸਵਾਲ ਹੈ ਉਹਦਾ ਵੇਖੋ, ਅੱਜ ਆਪਾਂ ਜੇ ਇਹ ਗੱਲ ਕਹਿ ਲਈਏ ਕਿ ਜਿੱਥੇ ਸਾਡਾ ਇਹ ਲੰਬਾ ਸੰਘਰਸ਼ ਚੱਲਿਆ ਔਰ ਹਰ, ਜਿਵੇਂ ਪ੍ਰੋਫੈਸਰ ਸਰਚਾਂਦ ਸਿੰਘ ਜੀ ਨੇ ਕਿਹਾ ਕਿ ਹਰ ਦੇਸ਼ ਵਾਸੀ ਨੇ ਇਹਦੇ ਵਿੱਚ ਆਪਣਾ ਯੋਗਦਾਨ ਪਾਇਆ ਔਰ ਉਸ ਯੋਗਦਾਨ ਸਦਕਾ, ਚਾਹੇ ਕੋਈ ਦੁਕਾਨਦਾਰ ਸੀ, ਚਾਹੇ ਕੋਈ ਵੱਡਾ ਇੰਡਸਟਰੀਲਿਸਟ ਸੀ, ਚਾਹੇ ਕੋਈ ਵਪਾਰੀ ਸੀ, ਚਾਹੇ ਕੋਈ ਦਿਹਾੜੀਦਾਰ ਸੀ, ਚਾਹੇ ਕੋਈ ਕਿਸਾਨ ਸੀ, ਕਿਸਾਨਾਂ ਦਾ ਬਹੁਤ ਵੱਡਾ ਇਹਦੇ ਵਿੱਚ ਇੱਕ ਪ੍ਰੈਸ਼ਰ ਬਿਲਟ ਹੋਇਆ ਔਰ ਉਸ ਪ੍ਰੈਸ਼ਰ ਕਰਕੇ ਹੀ ਕੇਂਦਰ ਨੂੰ ਅੱਜ ਜਿਹੜੇ ਆ ਇਹ 3 ਕਾਲੇ ਕਾਨੂੰਨ ਜਿਹੜੇ ਕਿਸਾਨ ਵਿਰੋਧੀ ਘੋਸ਼ਿਤ ਕੀਤੇ ਗਏ ਸਾਰੀ ਦੁਨੀਆ ਵਿੱਚੋਂ, ਉਹਨਾਂ ਨੂੰ ਵਾਪਸ ਲੈਣਾ ਪਿਆ। ਔਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਸਾਨੂੰ ਇਸ ਤਰ੍ਹਾਂ ਹੀ ਸਾਰੇ ਦੇਸ਼ ਵਾਸੀਆਂ ਨੂੰ ਜਦੋਂ ਵੀ ਕਿਤੇ ਲੋਕ ਵਿਰੋਧੀ, ਲੋਕਤੰਤਰ ਵਿਰੋਧੀ ਕੋਈ ਵੀ ਕੇਂਦਰ ਦੀ ਸਰਕਾਰ, ਚਾਹੇ ਮੋਦੀ ਦੀ ਹੋਵੇ, ਚਾਹੇ ਕਿਸੇ ਹੋਰ ਦੀ ਹੋਵੇ, ਜਾਂ ਆਉਣ ਵਾਲੀ ਕੋਈ ਵੀ ਹੋਵੇ, ਜਦੋਂ ਵੀ ਕਰੇ ਸਾਨੂੰ ਇਕੱਠਿਆਂ ਹੋ ਕੇ ਇਹ ਲੜਾਈ ਜਿਹੜੀ ਹੈ ਲੜਨੀ ਚਾਹੀਦੀ ਹੈ। ਤੁਸੀਂ ਜੀ ਜਿੱਥੇ ਇਹ ਲੰਮਾ ਸਮੇਂ ਤੋਂ ਜਿੱਥੇ ਸਹਿਜ ਪਾਠ ਸਾਹਿਬ ਆਰੰਭ ਕੀਤੇ ਹੋਏ ਸੀ, ਉਹਨਾਂ ਦੀ ਲੜੀ ਅਜੇ ਚੱਲ ਰਹੀ ਹੈ ਕਿ ਪਹਿਲਾਂ ਤੁਸੀਂ ਉਹਨਾਂ ਨੂੰ ਭੋਗ ਪਾ ਦਿੱਤੇ ਆ? ਇਹ ਜਿਹੜੇ ਸਹਿਜ ਪਾਠਾਂ ਦੀ ਲੜੀ ਹੈ ਜੀ, ਉਹ ਅਸੀਂ ਇਸ ਪਰਪਸ ਵਾਸਤੇ ਹੀ ਆਰੰਭ ਕੀਤੀ ਸੀ, ਮਿਸ਼ਨ ਕਿਸਾਨ ਸੰਘਰਸ਼ ਫਤਿਹ ਜਾਬੀ। ਅੱਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਡੀ ਅਰਦਾਸ ਬੇਨਤੀ ਪ੍ਰਵਾਨ ਕੀਤੀ ਹੈ ਔਰ ਉਹ ਲੜੀ ਨਿਰੰਤਰ ਅਸੀਂ ਅਰਦਾਸ ਕੀਤੀ ਸੀ, ਜਦੋਂ ਤੱਕ ਫਤਿਹ ਜਾਬੀ ਨਹੀਂ ਹੋ ਜਾਂਦੀ ਕਿਸਾਨ ਸੰਘਰਸ਼ ਦੀ, ਉਦੋਂ ਤੱਕ ਚੱਲਦੀ ਰਹੇਗੀ। ਸੋ ਉਹ ਲੜੀ ਆਰੰਭ ਹੈ, ਉਹਦੇ ਤਹਿਤ, ਲੜੀ ਦੇ ਤਹਿਤ ਇਸ ਵਾਰ 5ਵੇਂ ਸਹਿਜ ਪਾਠ ਦੇ ਭੋਗ ਜਿਹੜੇ ਆ ਉਹ 28 ਤਰੀਕ ਐਤਵਾਰ ਨੂੰ ਪਾਏ ਜਾਣੇ ਨੇ। ਸੋ ਅਸੀਂ ਗੁਰੂ ਸਾਹਿਬ ਦਾ ਜੋ ਇਹ ਪਾਠ ਰੱਖਿਆ ਤਾਂ ਅਸੀਂ ਫਤਿਹ ਜਾਬੀ ਸੀ, ਹੁਣ ਅਸੀਂ ਇਸ ਨੂੰ ਫਤਿਹ ਜਾਬੀ ਵਾਸਤੇ ਸਤਿਗੁਰ ਪਾਤਸ਼ਾਹ ਜੀ ਦੇ ਧੰਨਵਾਦ ਦਾ 28 ਤਰੀਕ ਨੂੰ ਜਿਹੜੀ ਅਰਦਾਸ ਕਰਾਂਗੇ, ਭੋਗ ਪਾਵਾਂਗੇ ਜੀ। ਜਿੱਥੇ ਇਹਨਾਂ ਨੇ ਸਹਿਜ ਪਾਠ ਆਰੰਭ ਕੀਤੇ ਹੋਏ ਸੀਗੇ, ਉਹਨਾਂ ਦੇ ਭੋਗ ਜਿਹੜੇ ਆ 28 ਤਰੀਕ ਨੂੰ ਪਾਏ ਜਾਣਗੇ। ਸੋ ਇੱਕ ਗੱਲ ਮੈਂ ਹੋਰ ਲਾਸਟ ਦੇ ਵਿੱਚ ਪੁੱਛਣੀ ਚਾਹੂੰਗਾ ਕਿ ਘੱਟ ਗਿਣਤੀ ਕਮਿਸ਼ਨ ਦੇ ਜਿਹੜੇ ਚੇਅਰਮੈਨ ਨੇ ਸਰ ਇਕਬਾਲ ਸਿੰਘ ਜੀ ਲਾਲਪੁਰਾ, ਉਹਨਾਂ ਸੰਬੰਧੀ ਅੱਜ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਭਾਈ ਸਾਹਿਬ ਜਿਹੜਾ ਲਾਲਪੁਰਾ ਸਾਹਿਬ ਦਾ ਯੋਗਦਾਨ ਹੈ, ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਸਭ ਤੋਂ ਪਹਿਲਾਂ ਜੀ ਲਾਲਪੁਰਾ ਸਾਹਿਬ ਦਾ ਆਪਣੀ ਸੰਘਰਸ਼ ਕਮੇਟੀ ਵੱਲੋਂ ਧੰਨਵਾਦ ਕਰਨਾ ਚਾਹਾਂਗਾ, ਕਿਉਂਕਿ ਇਕਬਾਲ ਸਿੰਘ ਜੀ ਲਾਲਪੁਰਾ ਇੱਕ ਅੰਮ੍ਰਿਤਧਾਰੀ ਗੁਰਸਿੱਖ ਨੇ ਔਰ ਉਹ ਗੁਰੂ ਦੇ ਪ੍ਰਤੀ ਸਮਰਪਿਤ ਨੇ ਔਰ ਉਹ ਸਿੱਖੀ ਭਾਵਨਾਵਾਂ ਨੂੰ ਬਹੁਤ ਚੰਗੀ ਤਰ੍ਹਾਂ ਨੇੜੋਂ ਜਾਣਦੇ ਨੇ ਔਰ ਗੁਰੂ ਨਾਨਕ ਸਾਹਿਬ ਜੀ ਦੇ ਕਰਤਾਰਪੁਰ ਸਾਹਿਬ ਦੇ ਕੋਰੀਡੋਰ ਨੂੰ ਖੁਲਾਉਣ ਵਾਸਤੇ ਉਹ ਅਸੀਂ ਉਹਨਾਂ ਨੂੰ ਪਿਛਲੇ ਦਿਨੀ ਮਿਲੇ ਵੀ ਆ ਔਰ ਅਸੀਂ ਧੰਨਵਾਦ ਵੀ ਕੀਤਾ ਵਾ। ਉਹ ਯਤਨਸ਼ੀਲ ਸਨ, ਸੋ ਉਹਨਾਂ ਦੇ ਯਤਨਾਂ ਨੇ ਜਿਹੜਾ ਵਾ ਇਹ ਕੋਰੀਡੋਰ ਦੇ ਵਿੱਚ ਵੀ ਮਦਦ ਕੀਤੀ ਔਰ ਹੋਰ ਸਾਰੇ ਸਿੱਖ ਕੌਮ ਦੀਆਂ ਅਰਦਾਸਾਂ, ਜਥੇਬੰਦੀਆਂ ਦੀਆਂ ਅਰਦਾਸਾਂ ਔਰ ਸਾਰਿਆਂ ਦੇ ਯਤਨਾਂ ਸਦਕਾ ਕੇਂਦਰ ਦੀ ਮੋਦੀ ਸਰਕਾਰ ਨੇ ਜੋ ਗੁਰੂ ਨਾਨਕ ਸਾਹਿਬ ਜੀ ਦੇ ਗੁਰਪੁਰਬ ਤੇ ਕੋਰੀਡੋਰ ਖੋਲ੍ਹਿਆ, ਉਹਦੇ ਵਾਸਤੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ। ਕਿਸਾਨ ਜੀ ਇਕਬਾਲ ਸਿੰਘ ਜੀ ਤੁੰਗ, ਜਿਨ੍ਹਾਂ ਨੇ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਜੀ ਲਾਲਪੁਰਾ ਦਾ ਧੰਨਵਾਦ ਕੀਤਾ ਆ ਕਿ ਜਿਨ੍ਹਾਂ ਦੀ ਬਦੌਲਤ ਅੱਜ ਕਿਸਾਨ ਸੰਘਰਸ਼ ਵੀ ਜਿਹੜਾ ਉਹ ਕਾਮਯਾਬ ਹੋਇਆ ਤੇ ਨਾਲ ਦੀ ਨਾਲ ਹੀ ਜਿਹੜਾ ਡੇਰਾ ਬਾਬਾ ਨਾਨਕ ਕਰਤਾਰਪੁਰ ਕਾਰੀਡੋਰ, ਕਰਤਾਰਪੁਰ ਲਾਂਘਾ ਸੀਗਾ, ਉਹ ਖੁੱਲ੍ਹਾ। ਸੋ ਫਤਿਹ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।